ਬਲਜਿੰਦਰ ਕਹਿੰਦੀ ਡੈਡੀ ਮੈਂ ਨੰਬਰ ਲੈ ਲਿਆ ਉੱਥੇ ਤੇ ਮੈਨੂੰ ਲੋਕ ਕਹਿੰਦੇ ਆ ਵੀ ਜਥੇਦਾਰ ਦੀ ਕੁੜੀ ਬਈ ਬੜੀ ਹੁਸ਼ਿਆਰ ਹੈ। ਮੈਂ ਕਿਹਾ ਬੇਟਾ ਮੇਰੀ ਤਸੱਲੀ ਨਹੀਂ ਹੋਈ ਤੇ ਮੇਰੀ ਤਸੱਲੀ ਉਦੋਂ ਹੋਊਗੀ ਜਿੱਦਣ ਲੋਕ ਕਹਿਣਗੇ ਉਹ ਜਥੇਦਾਰ ਬਲਜਿੰਦਰ ਕੌਰ ਦਾ ਬਾਪ ਹੈ। ਮੇਰੀ ਤਸੱਲੀ ਉਦੋਂ। ਪਰ ਕਦੀ ਵੀ ਇਹ ਮੁੱਦਾ ਨਹੀਂ ਉੱਠਿਆ ਕਿ ਔਰਤ ਵੀ ਸੀਐਮ ਕੈਂਡੀਡੇਟ ਦੇ ਵਿੱਚ ਬਰਾਬਰ ਦੀ ਰੇਸ ਦੇ ਵਿੱਚ ਸ਼ਾਮਲ ਹੋਵੇ। ਇਹਦਾ ਕਾਰਨ ਸਿਰਫ ਮਤਲਬ ਐਜ਼ ਅ ਫੀਮੇਲ ਹੋਣਾ ਸਾਡੇ ਲਈ ਨੁਕਸਾਨਦਾਇਕ ਰਿਹਾ। ਪਾਰਟੀ ਦੇ ਵਿੱਚ ਤਾਂ ਇੱਕ ਮਤਲਬ ਹਰ ਕਿਸੇ ਦਾ ਵਿਊ ਲਿਆ ਜਾਂਦਾ ਆ, ਸੋ ਜਿਹੜਾ ਉਸ ਵਿਊ ਤੇ ਫੁੱਲ ਚੜਾ ਦਿੰਦਾ ਆ ਉਹੀ ਪਾ ਰਿਹਾ, ਫਿਰ ਉਹ ਕੋਈ ਵੀ ਹੋਵੇ, ਫਿਰ ਉਹ ਮੇਲ ਹੋਵੇ ਜਾਂ ਫੀਮੇਲ ਹੋਵੇ। ਉਹਦੇ ਵਿੱਚ ਸਾਰੇ ਪਰਿਵਾਰ ਤੇ ਸਾਡੇ ਤੇ ਪਰਚੇ ਵੀ ਹੋਏ। ਅੱਛਾ। ਹਾਂਜੀ, ਜਿਹੜੇ ਝੂਠੇ ਪਰਚੇ 452 307, ਪਰ ਅਸੀਂ ਦਵੇ ਨਹੀਂ। ਬਲਜਿੰਦਰ ਕੌਰ ਨੇ ਬਹੁਤ ਤਕੜੀ ਲੜਾਈ ਲੜੀ, ਐਂ ਲੜਾਈ, ਤੇ ਸਾਰੇ ਪੱਤਰਕਾਰ ਸਾਰੇ ਲੋਕ ਕਹਿੰਦੇ ਕੁੜੀ ਕੁਛ ਬਣੇ। ਮੈਂ ਕਿਹਾ ਸ਼ੇਰਪੁੱਤ ਖਿੱਚ ਕੰਮ ਖਿੱਚ। ਅੱਛਾ, ਕਿਹੜੀ ਚੀਜ਼ ਤੁਹਾਨੂੰ ਲੱਗਦਾ ਹੈ ਕਿ ਬਲਜਿੰਦਰ ਵਿੱਚ ਇਹ ਇੱਕ ਚੀਜ਼ ਹੈ ਜਿਹੜੀ ਬਾਕੀਆਂ ਨਾਲ ਇਹਨੂੰ ਵੱਖਰਾ ਕਰਦੀ ਹੈ? ਉਹਦੇ 'ਚ ਇੱਕ ਕੁਆਲਿਟੀ ਹੈ ਕਿ ਉਹ ਸ਼ਾਂਤ ਆਪਦੀ ਮੰਜ਼ਿਲ ਵੱਲ ਵਧ ਰਹੀ ਹੈ। ਕਿਵੇਂ ਸੋਚ ਲਿਆ ਕਿ ਆਮ ਆਦਮੀ ਪਾਰਟੀ ਹੀ ਇਹ ਪਾਰਟੀ ਹੈ ਜਿਹਦੇ ਲਈ ਕਿ ਸਿਰਫ ਆਫਰ ਹੀ ਇਹਨਾਂ ਨੇ ਕੀਤਾ? ਤਾਂ ਆਪਣੇ ਆਪ ਹੀ ਇੱਕ ਮਾਈਂਡ ਦੇ ਵਿੱਚ ਇੱਕ ਪ੍ਰੈਪਰੇਸ਼ਨ ਚੱਲਦੀ ਹੁੰਦੀ ਸੀ, ਆਪਣੇ ਆਪ ਨਾਲ ਕਾਉਂਸਲਿੰਗ ਚੱਲਦੀ ਹੁੰਦੀ ਸੀ, ਆਪਣੇ ਆਪ ਨਾਲ ਲੜਾਈ ਚੱਲਦੀ ਹੁੰਦੀ ਸੀ ਵੀ ਨਹੀਂ ਤੂੰ ਆਉਣਾ ਹੀ ਆਉਣਾ ਹੈ ਪੋਲਿਟਿਕਸ ਵਿੱਚ, ਕਿ ਕੁੜੀਆਂ ਲਈ ਇੱਕ ਐਗਜ਼ਾਮਪਲ ਸੈੱਟ ਕਰਨੀ ਹੈ। ਧਨ ਵੰਡਣਾ ਤੇ ਧੀਆਂ ਵੰਡਣਾ ਵੇ ਬਾਪੂ ਦੁੱਖ ਤੇਰਾ। ਸਤਿ ਸ਼੍ਰੀ ਅਕਾਲ, ਮੈਂ ਹਾਂ ਸਤਿੰਦਰ ਸੱਤੀ, 101 ਵਿਦ ਸਤਿੰਦਰ ਸੱਤੀ, ਔਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੇਰੇ ਨਾਲ। ਇਸ ਵੇਲੇ ਇਸ ਵਾਰ ਇੰਟਰਵਿਊ ਥੋੜੀ ਜਿਹੀ ਵੱਖਰੀ ਅਸੀਂ ਸ਼ੁਰੂ ਕਰ ਰਹੇ ਹਾਂ। ਮੇਰੇ ਨਾਲ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਬਲਜਿੰਦਰ ਕੌਰ ਦੇ ਫਾਦਰ ਸਰਦਾਰ ਦਰਸ਼ਨ ਸਿੰਘ ਜੀ। ਕਿਉਂਕਿ ਜਦੋਂ ਵੀ ਕੋਈ ਕੁੜੀ ਰਾਜਨੀਤੀ 'ਚ ਆਉਂਦੀ ਹੈ ਤੇ ਮੈਂ ਇਹ ਜਾਣਨ ਦੀ ਕੋਸ਼ਿਸ਼ ਕੀਤੀ ਹੈ ਕਿ ਜੇ 50% ਵੋਟਰਸ ਕੁੜੀਆਂ ਸਾਡੀਆਂ ਵੋਟ ਕਾਸਟ ਕਰ ਰਹੀਆਂ ਨੇ, ਉੱਥੇ ਸਾਡੀਆਂ ਸੀਟਾਂ ਬਹੁਤ ਘੱਟ ਕੁੜੀਆਂ ਨੂੰ ਦਿੱਤੀਆਂ ਗਈਆਂ ਨੇ ਵੱਖ-ਵੱਖ ਪਾਰਟੀਆਂ ਵੱਲੋਂ, ਤੇ ਉਹਨਾਂ ਦੇ ਪਰਿਵਾਰਾਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ ਜਦੋਂ ਕਿਸੇ ਕੁੜੀ ਨੂੰ ਟਿਕਟ ਮਿਲਦੀ ਹੈ। ਸੋ ਉਸ ਸਮੇਂ ਦੇ ਵਿੱਚ ਜਦੋਂ ਬਲਜਿੰਦਰ ਪ੍ਰੋਫੈਸਰ ਸੀਗੀ ਤੇ ਉਹਦੇ ਫਾਦਰ ਦੀ ਕਿੰਨੀ ਕੰਟਰੀਬਿਊਸ਼ਨ ਰਹੀ, ਇਹ ਪੁੱਛਦੇ ਆ। ਸਤਿ ਸ਼੍ਰੀ ਅਕਾਲ ਜੀ। ਕਿਵੇਂ ਸੋਚਿਆ ਵੀ ਨਹੀਂ ਤੇ ਬੇਟੀਆਂ ਬਾਪ ਨੂੰ ਬੜੀਆਂ ਪਿਆਰੀਆਂ ਹੁੰਦੀਆਂ ਨੇ, ਰਾਜਨੀਤੀ ਬੜਾ ਔਖਾ ਪੈਂਦਾ ਹੈ ਔਰ ਇਸ ਨੂੰ ਤਕਰੀਬਨ ਮਰਦ ਪ੍ਰਧਾਨ ਮੰਨਿਆ ਜਾਂਦਾ ਕਿੱਤਾ, ਕਿਵੇਂ ਸੋਚਿਆ ਕਿ ਬਲਜਿੰਦਰ ਨੂੰ ਰਾਜਨੀਤੀ 'ਚ ਪਾਉਣਾ ਹੈ? ਬੀਬਾ ਜੀ ਗੱਲ ਇਹ ਹੈ ਵੀ ਪਹਿਲਾਂ ਤਾਂ ਅਸੀਂ ਬਲਜਿੰਦਰ ਕੌਰ ਨੂੰ ਬਹੁਤ ਪੜ੍ਹਾਇਆ। ਉਹ ਜਗਾਰਾਮ ਤੀਰਥ ਤੋਂ ਆਪਣੇ ਪਿੰਡ ਤੋਂ ਮਾਤਾ ਸਾਹਿਬ ਕੌਰ ਗਰਲਜ ਕਾਲਜ ਤੋਂ ਇੱਥੋਂ ਨਾ BA ਕੀਤੀ, MA ਇੰਗਲਿਸ਼ ਯੂਨੀਵਰਸਿਟੀ ਤੋਂ ਕੀਤੀ। ਅੱਛਾ। MPhil ਵੀ ਉੱਥੋਂ ਕੀਤੀ, ਤੇ ਉਹਦੇ ਵਿੱਚ A1 ਗ੍ਰੇਡ ਉਹਦਾ ਸੀਗਾ MPhil। ਸੋ ਮਨ ਸੀ, ਮੈਂ ਹਮੇਸ਼ਾ ਉਹਨੂੰ ਕਹਿੰਦਾ ਬੇਟਾ ਮੁੰਡਿਆਂ ਦੀ ਤਰ੍ਹਾਂ ਰਹਿਣਾ। ਮੇਰੇ ਦੋ ਬੇਟੇ ਛੋਟੇ, ਉਹਦੇ ਵੀਰ ਸਿੰਘ ਤੇ ਰਮਨਦੀਪ, ਬਲਜਿੰਦਰ ਕੌਰ ਵੱਡੀ, ਤੇ ਮੈਂ ਕਿਹਾ ਬੇਟਾ ਮੁੰਡਿਆਂ ਦੀ ਤਰ੍ਹਾਂ ਰਹਿਣਾ ਤੇ ਕੁਛ ਕਰਕੇ ਦਿਖਾਣਾ। ਬਸ ਫਿਰ ਸਮਾਂ ਆ ਗਿਆ, ਇਹ ਕਿਤੇ ਬੇਇਨਸਾਫੀ ਹੁੰਦੀ, ਜ਼ਿਆਦਤੀ ਹੁੰਦੀ, ਉੱਥੇ ਧਰਨੇ ਮੁਜ਼ਾਹਰਿਆਂ 'ਚ ਇਹ ਸ਼ਾਮਲ ਹੋਣ ਲੱਗ ਗਈ। ਅੱਛਾ। ਜਿਹਦੇ ਕਿਤੇ ਰਾਜਨੀਤਿਕ ਧੱਕਾ ਹੁੰਦਾ ਉੱਥੇ ਵੀ ਇਹ ਉਹਨਾਂ ਵਿੱਚ ਧਰਨੇ ਮੁਜ਼ਾਹਰਿਆਂ 'ਚ ਹਿੱਸਾ ਲੈਂਦੀ। ਸੋ ਬਸ ਇੱਦਾਂ ਸਾਰਾ ਕੁਛ ਚੱਲਦਾ ਰਿਹਾ। ਫਿਰ ਇੱਕ ਐਸਾ ਸਮਾਂ ਆਇਆ ਕਿ ਜੋ ਅੰਨਾ ਹਜ਼ਾਰਾ ਅੰਦੋਲਨ ਜਦੋਂ ਸ਼ੁਰੂ ਹੋਇਆ ਤਾਂ ਬਲਜਿੰਦਰ ਉਸ ਟਾਈਮ ਅੰਗਰੇਜ਼ੀ ਦੇ ਪ੍ਰੋਫੈਸਰ ਸੀ। ਅੱਛਾ। ਤਾਂ ਉਹਦੇ ਵਿੱਚ ਇਹ ਸ਼ਾਮਲ ਹੋ ਗਿਆ ਤੇ ਆਮ ਆਦਮੀ ਪਾਰਟੀ ਦੀ ਇਹਨਾਂ ਨੇ ਮੈਂਬਰਸ਼ਿਪ ਲੈ ਲਈ। ਤੇ ਕੋਈ ਇਹੋ ਜਿਹਾ ਸਮਾਂ ਆਇਆ ਕਿ ਡੈਡੀ ਮੈਂ ਰਾਜਨੀਤੀ 'ਚ ਜਾਣਾ। ਅੱਛਾ। ਜਦੋਂ ਇਹਨੇ ਘਰੇ ਗੱਲ ਕੀਤੀ, ਕੁਛ ਆਂਢ ਗੁਆਂਢ ਵਾਲੇ ਲੋਕ ਹੁੰਦੇ ਆ ਕਿ ਬੇਟਾ ਆਪਣੇ ਵੱਸ ਦਾ ਰੋਗ ਨਹੀਂ। ਮੋਸਟਲੀ ਕਹਿੰਦੇ ਵੀ ਫਿਰ ਵਿਆਹ ਨਹੀਂ ਕਰਾਉਣਾ, ਖਾਸ ਤੌਰ ਤੇ ਜਦੋਂ ਕੁੜੀਆਂ ਦਾ ਵਿਆਹ ਨਾ ਹੋਇਆ ਹੋਵੇ। ਇਹ ਬੜਾ ਵੱਡਾ ਵਿਸ਼ਾ ਹੈ ਵੀ ਵੱਸ ਦਾ ਰੋਗ ਨਹੀਂ ਬੇਟਾ। ਮੈਂ ਕਿਹਾ ਬੇਟਾ ਇਹਨਾਂ ਲੋਕਾਂ ਨੂੰ ਕੀ ਪਤਾ ਵਿਚਾਰਿਆਂ ਨੂੰ, ਮੈਂ ਤੇਰੇ ਨਾਲ ਹਾਂ।
ਇੱਕ ਮੇਰੇ ਮਾਤਾ ਜੀ ਹੈ ਜੀ 85 ਸਾਲ ਦੇ, ਅੱਛਾ ਵੀ ਅਸੀਂ ਬੇਟਾ ਤੇਰੇ ਨਾਲ ਹੈ ਤੇ ਤਕੜੀ ਹੋ ਕੇ ਵੱਧ ਅੱਗੇ। ਫਿਰ ਐਸੇ ਹਾਲਾਤ ਬਣ ਗਏ ਕਿ ਪੰਜਾਬ ਦੇ ਵਿੱਚ ਅਸੀਂ ਸੋਚਦੇ ਸੀਗੇ ਕਿ ਇਹ 17 ਚ ਇਲੈਕਸ਼ਨ ਲੜਨੀ ਹੈ। 17 ਤੋਂ ਪਹਿਲਾਂ ਉਹ ਕੁਦਰਤ ਬਹੁਤ ਬਲਵਾਨ ਹੈ, ਉਹ ਰਸਤੇ ਆਪੇ ਬਣਾਉਂਦੀ, ਆਪੇ ਤੈਅ ਕਰਦੀ। ਤੇ ਐਸੇ ਹਾਲਾਤ ਬਣੇ ਕਿ ਦਮਦਮਾ ਸਾਹਿਬ ਤਲਵੰਡੀ ਸਾਬੋ ਦੀ ਵਾਈ ਇਲੈਕਸ਼ਨ ਆ ਗਈ ਤੇ ਉਹਦੇ ਵਿੱਚ ਬਲਜਿੰਦਰ ਕੌਰ ਨੇ ਐਪਲੀਕੇਸ਼ਨ ਦਿੱਤੀ। ਜਦੋਂ ਐਪਲੀਕੇਸ਼ਨ ਦਿੱਤੀ ਤੇ ਮੈਨੂੰ ਜਿਹੜੇ ਉਹ ਸੀਗੇ ਸਾਰੇ ਆਪਣੇ ਸੀਨੀਅਰ, ਉਹ ਕਹਿੰਦੇ ਜਥੇਦਾਰ ਜੀ ਤੁਸੀਂ ਲੜੋ, ਤੁਸੀਂ ਇੱਥੇ ਸ਼੍ਰੋਮਣੀ ਕਮੇਟੀ ਚੋਣ ਲੜ ਕੇ ਹਟਿਓ, ਤੁਸੀਂ ਲੜੋ। ਮੈਂ ਕਿਹਾ ਨਹੀਂ ਜੀ, ਵੀ ਮੇਰੀ ਬੇਟੀ ਆ, ਉਹ ਐਮਏ ਇੰਗਲਿਸ਼ ਹੈ, ਯੂਨੀਵਰਸਿਟੀ ਦੀ ਟੌਪਰ ਹੈ, ਮੈਂ ਉਹਨੂੰ ਚੋਣ ਲੜਾਣੀ। ਚਲੋ ਫਿਰ ਬਹੁਤ ਸਾਰੇ ਇੱਥੇ ਮਤਲਬ ਜਦੋਂ ਵਾਈ ਇਲੈਕਸ਼ਨ ਸੀ, ਕਰੇਜ਼ ਬਹੁਤ ਸੀ ਆਮ ਆਦਮੀ ਦਾ, ਪਹਿਲੀ ਇਲੈਕਸ਼ਨ ਹੋਣੀ ਸੀ ਪੰਜਾਬ 'ਚ, ਤਾਂ ਐਪਲੀਕੇਸ਼ਨਾਂ ਦਿੱਤੀਆਂ, ਸੈਂਕੜੇ ਲੋਕਾਂ ਨੇ ਐਪਲੀਕੇਸ਼ਨਾਂ ਦਿੱਤੀਆਂ। ਅੱਛਾ, ਮੈਂ ਉਹਨਾਂ ਦਾ ਨਾਮ ਨਹੀਂ ਲੈਂਦਾ। ਹਾਂ, ਫਿਰ ਅਖੀਰ ਸਾਰੇ ਕੱਟੇ ਗਏ। ਫਿਰ ਇੱਕ ਸ਼ਖਸ ਨੂੰ ਟਿਕਟ ਵੀ ਦਿੱਤੀ ਗਈ ਅੱਛਾ, ਤੇ ਕੇਂਦਰੀ ਜੀ ਕਮੇਟੀ ਸੀ, ਜਦੋਂ ਉਹਨਾਂ ਨੇ ਆਖਿਆ ਵੀ ਇਹ ਗਲਤ ਹੋ ਗਿਆ ਹਾਂ, ਕਿ ਉੱਥੇ ਹੈ ਇੱਕ ਕੁੜੀ, ਫਿਰ ਬਲਜਿੰਦਰ ਕੌਰ ਨੂੰ ਟਿਕਟ ਦਿੱਤੀ। ਹਾਂ, ਤੇ ਵਾਈ ਇਲੈਕਸ਼ਨ ਬੜੀ ਭੈੜੀ ਇਲੈਕਸ਼ਨ ਸੀ, ਹਾਂ, ਅਗਸਤ 2014 ਦੀ ਗੱਲ ਹੈ। ਹਾਂ, ਉਹਦੇ ਵਿੱਚ ਸਾਰੇ ਪਰਿਵਾਰ ਤੇ ਸਾਡੇ ਤੇ ਪਰਚੇ ਵੀ ਹੋਏ। ਅੱਛਾ, ਹਾਂਜੀ, ਜਿਹੜੇ ਝੂਠੇ ਪਰਚੇ 452 307, ਪਰ ਅਸੀਂ ਦਵੇ ਨਹੀਂ। ਬਲਜਿੰਦਰ ਕੌਰ ਨੇ ਬਹੁਤ ਤਕੜੀ ਲੜਾਈ ਲੜੀ, ਐਂ ਲੜਾਈ, ਤੇ ਸਾਰੇ ਪੱਤਰਕਾਰ ਸਾਰੇ ਲੋਕ ਕਹਿੰਦੇ ਕੁੜੀ ਕੁਛ ਬਣੇ। ਮੈਂ ਕਿਹਾ ਸ਼ੇਰਪੁੱਤ ਖਿੱਚ ਕੰਮ ਖਿੱਚ। ਚਲੋ ਫਿਰ ਐਸੇ ਹਾਲਾਤ ਬਣ ਗਏ, ਚੰਗੀਆਂ ਵੋਟਾਂ ਲੈ ਗਏ ਤੇ ਜਿਹੜਾ ਆਪਾਂ ਹਰਣਾ, ਦੇਖੋ ਬਾਈ ਇਲੈਕਸ਼ਨ ਹਰੀ ਜਾਂਦੀ ਹੈ, ਉਹਦੇ 'ਚ ਵੋਟਾਂ ਲੁੱਟੀਆਂ ਹੀ ਜਾਂਦੀਆਂ, ਇੱਕ ਬੰਦਾ 100 ਵੋਟ ਪਾਉਂਦਾ, ਚੰਗੀਆਂ ਵੋਟਾਂ ਲੈ ਗਏ। ਅੱਜ ਤੱਕ ਕਿਸੇ ਧਿਰ ਨੇ, ਅੱਜ ਤੱਕ ਦਾ ਰਿਕਾਰਡ ਹੈ, ਤੀਸਰੀ ਧਿਰ ਨੇ ਇੰਨੀਆਂ ਵੋਟਾਂ ਕਦੇ ਲਈਆਂ ਹੀ ਨਹੀਂ ਜਿੰਨੀਆਂ ਆਪਾਂ ਲੈ ਗਏ। ਮਤਲਬ ਪਰਫਾਰਮੈਂਸ ਬੜੀ ਵਧੀਆ ਰਹੀ, ਨਾਮ ਬਣ ਗਿਆ ਵੀ। ਨਾਮ ਬਣ ਗਿਆ ਬਲਜਿੰਦਰ ਕੌਰ। ਉਹ ਅਸੀਂ ਇੱਕ ਵਾਰ ਗਏ ਬਲਜਿੰਦਰ ਨਾਲ, ਕਿਸੇ ਵਿਆਹ ਗਏ ਦੁਆਬੇ 'ਚ, ਅੱਛਾ ਜੀ, ਤੇ ਉੱਥੇ ਸੀਨੀਅਰ ਕੁਛ ਲੀਡਰ ਵੱਖ-ਵੱਖ ਪਾਰਟੀਆਂ ਦੇ, ਉਹ ਕਹਿੰਦੇ ਬਲਜਿੰਦਰ ਤੂੰ ਤਾਂ ਬੜਾ ਫੇਮਸ ਹੈ। ਅੱਛਾ, ਤੇ ਬਸ ਅਸੀਂ ਹੱਲਾਸ਼ੇਰੀ ਦਿੰਦੇ ਰਹੇ। ਵਾਈ ਇਲੈਕਸ਼ਨ ਦੇ ਵਿੱਚ ਬੜੀ ਔਖੀ ਹੁੰਦੀ ਆ। ਮੇਰੀ ਮਾਂ ਨੇ, ਸਾਰੇ ਪਰਿਵਾਰ ਨੇ ਮਤਲਬ ਵੀ ਪੈਸੇ ਪੂਸੇ ਇੱਧਰੋਂ ਉੱਧਰੋਂ ਇਕੱਠੇ ਕਰਕੇ ਵਾਈ ਇਲੈਕਸ਼ਨ ਲੜੀ ਤੇ 17 ਦੇ ਵਿੱਚ ਫਿਰ ਮੈਂ ਕਿਹਾ ਫਿਰ ਇੱਥੇ 150 ਆ ਗਿਆ ਟਿਕਟੂ, ਤੇ ਫਿਰ ਅਰਵਿੰਦ ਕੇਜਰੀਵਾਲ ਜੀ ਨੇ ਮਤਲਬ ਚੁਣਿਆ ਕਿ ਮੇਰੀ ਇਹੀ ਇੱਥੇ ਕਾਬਲ ਹੈ। ਹਾਂ, ਤੁਸੀਂ ਆਪ ਅਕਾਲੀ ਦਲ ਤੋਂ ਰਹੇ ਹੋ। ਅਸੀਂ ਦੇਖੋ ਸਾਰੇ ਲੋਕ ਇੱਥੇ ਅਕਾਲੀ ਹੁੰਦੇ ਸੀ ਹਾਂ, ਤੇ ਸਾਰੇ ਲੋਕ ਕਾਂਗਰਸੀ ਸੀ, ਕੋਈ ਪਾਰਟੀ ਨਹੀਂ ਸੀ। ਤੇ ਅਸੀਂ ਬਹੁਤ, ਮੈਂ ਜੇਲ੍ਹਾਂ ਕੱਟੀਆਂ ਜੀ ਪੰਜਾਬ ਦੀਆਂ ਹੱਕੀ ਮੰਗਾਂ ਲਈ। 2 ਅਕਤੂਬਰ 1982 ਨੂੰ ਮੈਂ ਮੋਰਚੇ 'ਚ ਗਿਆ ਸੀ। ਅੱਛਾ, ਤੇ ਫਿਰ ਜਦੋਂ ਮਤਲਬ ਜਦੋਂ ਵਾਰੀ ਆਈ ਤੇ ਉਦੋਂ ਤੁਹਾਨੂੰ ਲੱਗਾ ਕਿ ਪਾਰਟੀ ਜਿਹੜੀ ਉਹ ਬਦਲ ਲੈਣੀ ਚਾਹੀਦੀ ਹੈ? ਨਹੀਂ, ਬਾਹਰੀ ਜੀ ਇਹਨਾਂ ਨਾਲ ਸਾਡਾ, ਆਪਾਂ ਪੰਜਾਬ ਪੱਖੀ ਆ, ਲੋਕ ਪੱਖੀ ਆ, ਇਹ ਪਾਰਟੀਆਂ ਦਾ ਇਹੋ ਜਿਹਾ ਕੁਝ ਹੋ ਗਿਆ। ਫਿਰ ਅਸੀਂ ਤਾਂ ਦੇਖੋ ਫਿਰ ਇੱਕ ਪਾਰਟੀ, ਕ੍ਰਾਂਤੀਕਾਰੀ ਪਾਰਟੀ ਜਿਹੜੀ ਦੀ ਜ਼ਰੂਰਤ ਹੈ ਸਾਨੂੰ। ਅੱਛਾ, ਕਿਹੜੀ ਚੀਜ਼ ਤੁਹਾਨੂੰ ਲੱਗਦਾ ਕਿ ਬਲਜਿੰਦਰ ਵਿੱਚ ਇਹ ਇੱਕ ਚੀਜ਼ ਹੈ ਜਿਹੜੀ ਬਾਕੀਆਂ ਨਾਲ ਇਹਨੂੰ ਵੱਖਰਾ ਕਰਦੀ ਹੈ? ਉਹ ਇੱਕ ਤਾਂ ਉਹ ਪਰਮਾਤਮਾ ਦੇ ਵਿੱਚ ਬਹੁਤ ਵਿਸ਼ਵਾਸ ਰੱਖਦੀ ਹੈ, ਅੱਛਾ, ਦੂਸਰੀ ਉਹਦੇ ਸਹਿਨਸ਼ੀਲਤਾ ਬਹੁਤ ਹੈ ਜੀ, ਤੇ ਜੋ ਉਹਨੂੰ ਕਹਿ ਦਈਏ ਉਹ ਸਮਰੱਥਾ ਰੱਖਦੀ ਜੀ ਕਰਨ। ਜੋ ਕਹਿ ਦੋ ਬਸ ਹੋ ਗਿਆ, ਤੇ ਕਿੰਨਾ ਹੀ ਮਰਜ਼ੀ ਕਿਸੇ ਪਾਸੇ ਦਵਾ ਦੂ ਬਣੀ ਜਾਵੇ, ਉਹ ਕਦੇ ਕਿਸੇ ਤੋਂ ਦਬਦੀ ਨਹੀਂ। ਤੇ ਉਹਦੇ 'ਚ ਇੱਕ ਕੁਆਲਿਟੀ ਹੈ ਕਿ ਉਹ ਸ਼ਾਂਤ ਆਪਦੀ ਮੰਜ਼ਿਲ ਵੱਲ ਵਧ ਰਹੀ ਹੈ। ਤੁਹਾਨੂੰ ਲੱਗਦਾ ਕਿ ਵੀ ਹੁਣ ਜਦੋਂ ਤੁਸੀਂ ਉਹਨੂੰ ਵੇਖਦੇ ਹੋ ਤੇ ਕਿੰਨਾ ਕੁ ਗਰਵ ਮਹਿਸੂਸ ਹੁੰਦਾ ਕਿ ਕਿਉਂਕਿ ਇਸ ਵਾਰ ਸੀਐਮ ਦੀ ਰੇਸ ਦੇ ਵਿੱਚ ਵੀ ਉਹਨਾਂ ਦਾ ਵੀ ਨਾਮ ਰਿਹਾ, ਨਹੀਂ ਤੇ ਡਿਪਟੀ ਸੀਐਮ ਪਾਰਟੀ ਵੱਲੋਂ ਕਹਿ ਰਹੇ ਨੇ, ਮਹਿਸੂਸ ਹੁੰਦਾ ਕਿ ਮੇਰੀ ਬੱਚੀ ਜਿਹੜੀ ਇੱਥੋਂ ਚੱਲੀ ਸੀ ਮੇਰੀ ਹੱਲਾਸ਼ੇਰੀ ਨਾਲ, ਕਿ ਜੇ ਮਾਂ ਪਿਓ ਜਿਹੜੇ ਨੇ ਕੁੜੀਆਂ ਨੂੰ ਸਪੋਰਟ ਕਰਨ, ਚਾਹੇ ਉਹ ਰਾਜਨੀਤੀ 'ਚ ਹੋਣ, ਤੇ ਉਹ ਕਾਫੀ ਅੱਗੇ ਜਾਣ ਦੀ ਸਮਰੱਥਾ ਰੱਖਦੀਆਂ ਨੇ। ਚਲੋ ਆਪਾਂ, ਮੈਂ ਸੋਚਦਾ ਕਿ ਪਹਿਲ ਕਦਮੀ ਕੀਤੀ ਹੈ ਜੀ, ਕਿ ਬੇਟਾ ਤੈਨੂੰ ਦੇਖ ਕੇ ਹੋਰਾਂ ਕੁੜੀਆਂ ਨੂੰ ਵੀ ਆਜ਼ਾਦੀ ਮਿਲੇਗੀ। ਤੇ ਬਹੁਤ ਮਨ ਖੁਸ਼ ਹੈ। ਇੱਕ ਵਾਰ ਦੀ ਗੱਲ ਹੈ, ਬਲਜਿੰਦਰ ਕਹਿੰਦੀ ਡੈਡੀ ਮੈਂ ਨੰਬਰ ਲੈ ਲਿਆ ਬਹੁਤ, ਤੇ ਮੈਨੂੰ ਲੋਕ ਕਹਿੰਦੇ ਆ ਵੀ ਜਥੇਦਾਰ ਦੀ ਕੁੜੀ ਬਈ ਬੜੀ ਹੁਸ਼ਿਆਰ ਹੈ। ਮੈਂ ਕਿਹਾ ਬੇਟਾ ਮੇਰੀ ਤਸੱਲੀ ਨਹੀਂ ਹੋਈ, ਤੇ ਮੇਰੀ ਤਸੱਲੀ ਉਦਣ ਹੋਊਗੀ ਜਿੱਦਣ ਲੋਕ ਕਹਿਣਗੇ ਉਹ ਜਥੇਦਾਰ ਬਲਜਿੰਦਰ ਕੌਰ ਦਾ ਬਾਪ ਹੈ।
ਮੇਰੀ ਤਸੱਲੀ ਹੁਣ ਤੁਹਾਡੀ ਤਸੱਲੀ ਹੈ। ਤਸੱਲੀ ਹੈ। ਬਹੁਤ ਬਹੁਤ ਧੰਨਵਾਦ ਤੁਹਾਡਾ, ਕਿਉਂਕਿ ਇਸ ਤੋਂ ਬਾਅਦ ਅਸੀਂ ਤੁਹਾਡੀ ਮੁਲਾਕਾਤ ਕਰਵਾ ਰਹੇ ਹਾਂ ਜੀ ਆਮ ਆਦਮੀ ਪਾਰਟੀ ਦੀ ਵਿਧਾਇਕ ਬਲਜਿੰਦਰ ਕੌਰ ਦੇ ਨਾਲ, ਕਿਉਂਕਿ ਇੱਕ ਚੰਗੀ ਲੜਾਈ ਲੜਨ ਤੋਂ ਬਾਅਦ ਇੱਕ ਵਿਮਨ ਲੀਡਰ ਦੇ ਰੂਪ ਦੇ ਵਿੱਚ ਉਸਨੇ ਆਮ ਆਦਮੀ ਪਾਰਟੀ ਦੇ ਵਿੱਚ ਆਪਣੀ ਜਗ੍ਹਾ ਬਣਾਈ ਹੈ। ਬਹੁਤ ਬਹੁਤ ਧੰਨਵਾਦ ਅੰਕਲ ਜੀ, ਸਤਿ ਸ਼੍ਰੀ ਅਕਾਲ। ਉਹ ਕੀ ਕਰਨਗੇ ਕਿਲੇ ਫਤਿਹ ਤੇ ਘਰਾਂ ਚੋਂ ਜਿਹੜੇ ਕਤੇ ਨਿਕਲੇ ਹੀ ਨਹੀਂ। ਸਤਿ ਸ਼੍ਰੀ ਅਕਾਲ, ਮੈਂ ਹਾਂ ਸਤਿੰਦਰ ਸੱਤੀ 101 ਵਿਦ ਸਤਿੰਦਰ ਸੱਤੀ, ਔਰ ਮੇਰੇ ਨਾਲ ਅੱਜ ਆਮ ਆਦਮੀ ਪਾਰਟੀ ਦੀ ਸਿਟਿੰਗ ਐਮਐਲਏ ਪ੍ਰੋਫੈਸਰ ਬਲਜਿੰਦਰ ਕੌਰ। ਸਤਿ ਸ਼੍ਰੀ ਅਕਾਲ ਬਲਜਿੰਦਰ ਜੀ। ਬਲਜਿੰਦਰ ਜੀ, ਜਦੋਂ ਅਸੀਂ ਔਰਤਾਂ ਦੀ ਗੱਲ ਕਰਦੇ ਹਾਂ ਤੇ ਮੈਂ ਮੰਨਦੀ ਹਾਂ ਕਿ ਰਾਜਨੀਤੀ ਦੇ ਵਿੱਚ ਔਰਤਾਂ ਦਾ ਜਿਹੜਾ ਪਰਸੈਂਟੇਜ ਹੈ ਟਿਕਟਾਂ ਦਾ ਜਾਂ ਵਿਧਾਨ ਸਭਾ 'ਚ ਉਹ ਬਹੁਤ ਘੱਟ ਹੈ। ਤੁਸੀਂ ਕਿਉਂਕਿ ਇਹ 5 ਸਾਲ ਰਾਜਨੀਤੀ 'ਚ ਬੜੇ ਸਰਗਰਮ ਰਹੇ ਹੋ, ਤੁਹਾਨੂੰ ਕੀ ਲੱਗਦਾ? ਬਿਲਕੁਲ, ਦੇਖੋ ਤੁਸੀਂ ਅੱਜ ਪਹਿਲਾਂ ਤਾਂ ਜਿਹੜਾ ਟੌਪਿਕ ਲੈ ਕੇ ਇੱਥੇ ਆਏ ਹੋ ਹੈ ਨਾ, ਜਿਹਦੇ 'ਤੇ ਅਕਸਰ ਮੈਨੂੰ ਲੱਗਦਾ ਹੁੰਦਾ ਕਿ ਜਿਹੜੀ ਆ ਬਹੁਤ ਸਾਰੀ ਗੱਲਬਾਤ ਇਸ ਟੌਪਿਕ 'ਤੇ ਹੋਣੀ ਚਾਹੀਦੀ ਹੈ, ਇਸ ਵਿਸ਼ੇ 'ਤੇ ਹੋਣੀ ਚਾਹੀਦੀ ਹੈ। ਔਰ ਇਹ ਬਿਲਕੁਲ ਪੰਜਾਬ ਦੀ ਕਿ ਪੂਰੀ ਦੁਨੀਆ ਦੀ ਮੈਂ ਕਹੂੰਗੀ ਇੱਕ ਤਰਾਸਦੀ ਆ, ਜਿੱਥੇ ਸਾਡੀਆਂ ਕੁੜੀਆਂ ਨੂੰ, ਸਾਡੀਆਂ ਉਹਨਾਂ ਲੇਡੀਜ਼ ਨੂੰ, ਸਾਡੀਆਂ ਔਰਤਾਂ ਨੂੰ ਜਿਹੜੀ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਬਹੁਤ ਘੱਟ ਜਗ੍ਹਾ ਮਿਲੀ ਹੈ। ਇਨਫੈਕਟ ਉਹੀ ਚਿਹਰੇ ਰਹੇ ਨੇ ਇੱਥੇ ਜਿਨ੍ਹਾਂ ਦੀਆਂ ਫੈਮਿਲੀ ਬੈਕਗਰਾਊਂਡ ਸੀਗੀਆਂ ਹੈ ਨਾ। ਮੈਂ ਜੇ ਕਹਾਂ ਕਿ ਉਹ ਬਾਦਲ ਪਰਿਵਾਰ ਸੀ ਜਾਂ ਉਹ ਕੈਪਟਨ ਪਰਿਵਾਰ ਸੀ, ਕਿ ਉਹਨਾਂ ਨੂੰ ਵੀ ਜੋ ਉਹਨਾਂ ਨੂੰ ਵਿਰਸੇ 'ਚ ਮਿਲਿਆ ਉਹਨਾਂ ਨੇ ਉਹ ਸੰਭਾਲਿਆ। ਪਰ ਜੇ ਆਪਾਂ ਗੱਲ ਕਰੀਏ ਕਿ ਕਿਸੇ ਨੇ ਗਰਾਊਂਡ ਤੋਂ ਉੱਠ ਕੇ ਜਾਂ ਫਿਰ ਗਰਾਊਂਡ ਰਿਐਲਿਟੀ ਨੂੰ ਸਮਝਦੇ ਹੋਏ ਜਾਂ ਫਿਰ ਇੱਕ ਬਿਲਕੁਲ ਜ਼ਮੀਨੀ ਪੱਧਰ ਤੋਂ ਪਿੰਡਾਂ ਦੇ ਵਿੱਚ ਉੱਠ ਕੇ ਸਿਆਸਤ ਦੇ ਵਿੱਚ ਆਉਣਾ, ਤਾਂ ਮਤਲਬ ਜਿੱਥੇ ਬਾਕੀ ਕੰਮ ਅਸੀਂ ਕਹਿ ਸਕਦੇ ਹਾਂ ਕਿ ਬਹੁਤ ਔਖੇ ਆ, ਮੇਰੇ ਖਿਆਲ ਸਭ ਤੋਂ ਔਖਾ ਕੰਮ ਇਹ ਆ। ਤੇ ਪੰਜਾਬ ਇਹਨਾਂ ਹਾਲਾਤਾਂ ਦੇ ਵਿੱਚੋਂ ਲੰਘ ਰਿਹਾ ਆ, ਤੇ ਜਿਹੜੀ ਕੁੜੀਆਂ ਵਾਸਤੇ ਪੋਲਿਟਿਕਸ ਦਾ ਮੈਂ ਸਮਝਦੀ ਹਾਂ ਕਿ ਉਹ ਬਹੁਤ ਔਖੀ ਆ। ਹਾਲਾਂਕਿ ਚਲੋ ਹਰ ਦੀਆਂ ਇਛਾਵਾਂ ਹੁੰਦੀਆਂ ਨੇ, ਐਕਸਪੈਕਟੇਸ਼ਨਸ ਹੁੰਦੀਆਂ ਨੇ ਹੈ ਨਾ, ਜਿਹੜੇ ਵੋਟਰ ਹੁੰਦੇ ਉਹਨਾਂ ਦੀ ਐਕਸਪੈਕਟੇਸ਼ਨਸ ਹੁੰਦੀਆਂ ਨੇ, ਪਰ ਇਹ ਸਭ ਤੋਂ ਹਾਰਡ ਜੋਬ ਆ, ਕਿਉਂਕਿ ਹਰ ਚੀਜ਼ ਨੂੰ ਬੈਲੈਂਸ ਕਰਨਾ, ਹਰ ਚੀਜ਼ ਨੂੰ ਮੇਨਟੇਨ ਕਰਨਾ, ਉਹਨੂੰ ਬੈਲੈਂਸ ਕਰਕੇ ਤੋਰਨਾ, ਤਾਂ ਵਾਕਈ। ਮੈਂ ਤੁਹਾਡੀ ਮਦਰ ਇਨ ਲਾਅ ਨਾਲ ਗੱਲ ਕਰ ਰਹੀ ਸੀ ਤੇ ਤੁਹਾਡੀ ਫੈਮਿਲੀ ਨਾਲ, ਤੇ ਬੇਟੀ ਤੁਹਾਡੀ ਦੇਖੀ ਮੈਂ, ਤੇ ਉਹ ਕਹਿ ਰਹੇ ਸੀ, ਕਹਿੰਦੇ ਕਿ 2.5 ਸਾਲ ਦੀ ਬੱਚੀ ਹੋ ਚੱਲੀ ਹੈ ਤੇ ਬਲਜਿੰਦਰ ਕਈ ਵਾਰ ਸਾਡੇ ਕੋਲ, ਉਹ ਬੇਟੀ ਹੁੰਦੀ ਹੈ 2-2 ਮਹੀਨੇ ਬਾਅਦ ਆਉਂਦੀ ਹੈ, ਪਰ ਇਲਾਕੇ ਦੇ ਲੋਕ ਫਿਰ ਵੀ ਕਹਿੰਦੇ ਨੇ ਕਿ ਤੁਸੀਂ ਸਾਡੇ ਵਿਆਹਾਂ ਤੇ ਭੋਗਾਂ ਤੇ ਆਏ ਨਹੀਂ ਹੋ ਜਾਂ ਘੱਟ ਦਿਸੇ ਹੋ। ਐਜ਼ ਅ ਮਾਂ ਤੁਹਾਨੂੰ ਲੱਗਦਾ ਕਿ ਕਦੀ ਤੁਹਾਨੂੰ ਲੱਗਦਾ ਕਿ ਵੀ ਬੱਚੇ ਸਫ਼ਰ ਕਰਦੇ ਨੇ, ਫੈਮਿਲੀ ਵੀ ਸਫ਼ਰ ਕਰਦੀ? ਦੇਖੋ ਇਹ ਚੀਜ਼ ਜਿਹੜੀ ਕਿ ਹਲਕੇ ਦੇ ਲੋਕ ਜਿੱਦਾਂ ਐਕਸਪੈਕਟ ਕਰਦੇ ਆ ਕਿ ਤੁਸੀਂ ਸਾਡੇ ਕੋਲੇ ਘੱਟ ਵਿਚਰੇ ਹੋ ਹੈ ਨਾ, ਬੀਇੰਗ ਇੱਕ ਫੀਮੇਲ ਹੋਣ ਦੇ ਨਾਤੇ ਮੈਂ ਬੜੀ ਵਾਰੀ ਇਸ ਗੱਲ ਨੂੰ ਕੈਮਰੇ ਦੇ ਅੱਗੇ ਵੀ, ਮੀਡੀਆ ਅੱਗੇ ਵੀ ਬੜੀ ਵਾਰੀ ਕਿਹਾ ਆ, ਔਰ ਬੜੀ ਮਤਲਬ ਇਹ ਗੱਲ ਫੈਕਟ ਆ ਕਿ ਕੰਪੈਰੇਟਿਵ ਟੂ ਜਿਹੜੇ ਸਾਡੇ ਮੇਲ ਮੈਂਬਰ ਇੱਥੋਂ ਜਿੱਤ ਜਾਂਦੇ ਆ, ਇਲੈਕਸ਼ਨ ਪੋਲਿਟਿਕਸ ਕਰਦੇ ਆ, ਉਹਨਾਂ ਨਾਲ ਜੇ ਕੰਪੈਰੀਜ਼ਨ ਕਰਾਂ ਤਾਂ 5 ਸਾਲਾਂ ਦਾ ਮੇਰਾ ਟੈਨਿਓਰ ਐਸਾ ਸੀ ਵੀ ਜਿਵੇਂ ਤੁਹਾਨੂੰ ਦੱਸਿਆ ਹੀ ਆ ਮੇਰੀ ਫੈਮਿਲੀ ਨੇ ਕਿ ਇੱਕ ਵੀ ਦਿਨ ਕੋਈ ਐਸਾ ਨਹੀਂ ਹੋਣਾ ਜਿੱਥੇ ਲਾਈਕ ਮੈਂ ਖੁੱਲ੍ਹ ਕੇ ਟਾਈਮ ਪਰਿਵਾਰ ਨੂੰ ਦਿੱਤਾ ਹੋਵੇ, ਖੁੱਲ੍ਹ ਕੇ ਟਾਈਮ ਆਪਣੀ ਗੁੜੀਆਂ ਨੂੰ ਦਿੱਤਾ ਹੋਵੇ ਹੈ ਨਾ। ਉਹ ਤਾਂ ਕਈ ਵਾਰੀ ਇੱਦਾਂ ਹੁੰਦਾ ਆ ਕਿ ਉਹਨੂੰ ਮਿਲਿਆ ਵੀ ਨਹੀਂ ਜਾਂਦਾ ਕਿੰਨਾ ਟਾਈਮ, ਜਾਂ ਫਿਰ ਜੇ ਕੋਲ ਵੀ ਹੋਈਏ ਤਾਂ ਵੀ ਇਹੋ ਜਿਹੇ ਹਾਲਾਤ ਹੁੰਦੇ ਨੇ ਕਿ ਸਵੇਰੇ ਵੀ ਉਹਨੇ ਸੁੱਤੇ ਹੋਣਾ ਜਦੋਂ ਤੁਸੀਂ ਛੱਡ ਕੇ ਫੀਲਡ 'ਚ ਆ ਜਾਂਦੇ ਹੋ, ਅਤੇ ਰਾਤ ਨੂੰ ਜਦੋਂ ਤੁਸੀਂ ਪਹੁੰਚਦੇ ਹੋ ਉਦੋਂ ਵੀ ਉਹਨੇ ਸੁੱਤੇ ਹੋਣਾ ਹੈ ਨਾ। ਸੋ ਮਤਲਬ ਲਿਟਰਲੀ ਇਹ ਜਿਹੜੀ ਸਾਰੀ ਜੋਬ ਹੈ ਬਹੁਤ ਔਖੀ ਹੈ। ਮਤਲਬ ਪ੍ਰੋਫੈਸਰ ਬਲਜਿੰਦਰ ਕੌਰ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕ ਬਣਨਾ, ਇਹ ਟਰਾਂਸਫੋਰਮੇਸ਼ਨ ਕਿਵੇਂ, ਮਤਲਬ ਕਿਵੇਂ ਸੋਚ ਲਿਆ ਕਿ ਆਮ ਆਦਮੀ ਪਾਰਟੀ ਹੀ ਇਹ ਪਾਰਟੀ ਹੈ ਜਿਹਦੇ ਲਈ, ਕਿ ਸਿਰਫ ਆਫਰ ਹੀ ਇਹਨਾਂ ਨੇ ਕੀਤਾ? ਨਾ, ਇਹਦੇ 'ਚ ਜਿਹੜੀ ਗੱਲ ਹੈਗੀ ਆ ਆਫਰ ਵਾਲੀ, ਉਹ ਗੱਲ ਨਹੀਂ ਹੈ। ਇਹ ਵੀ ਨਾ ਜਿਵੇਂ ਤੁਸੀਂ ਇੱਕ ਸਵਾਲ ਕੀਤਾ ਕਿ ਕੁੜੀਆਂ ਨੂੰ ਕਿੰਨੇ ਕੁ ਮੌਕੇ ਮਿਲਦੇ ਆ ਪੰਜਾਬ ਦੇ ਵਿੱਚ ਹੈ ਨਾ। ਜਦੋਂ ਮੈਂ ਸਕੂਲ ਗੋਇੰਗ ਸੀ, ਜਦੋਂ ਮੈਂ ਪੜ੍ਹਦੀ ਹੁੰਦੀ ਸੀ, ਤਾਂ ਇੱਕ ਬੈਂਚ 'ਤੇ ਬੈਠ ਕੇ ਤੁਸੀਂ ਕੀ ਸੋਚਦੇ ਹੋ, ਕਲਾਸ ਤੁਹਾਡੀ ਚੱਲ ਰਹੀ ਹੈ, ਟੀਚਰ ਤੁਹਾਨੂੰ ਪੜ੍ਹਾ ਰਿਹਾ, ਅਤੇ ਤੁਹਾਡੇ ਦਿਮਾਗ 'ਚ ਕੀ ਚੱਲਦਾ ਆ। ਤਾਂ ਉਸ ਟਾਈਮ ਇੱਕ ਮਾਈਂਡ ਦੇ ਵਿੱਚ ਇੱਕ ਕਨਸੈਪਟ ਜਿਹੜਾ ਚੱਲਦਾ ਹੁੰਦਾ ਸੀਗਾ ਕਿ ਕੁੜੀਆਂ ਪੰਜਾਬ ਦੀ ਪੋਲਿਟਿਕਸ ਕਿਉਂ ਨਹੀਂ ਆ ਸਕਦੀਆਂ, ਕੀ ਆਉਣਾ ਚਾਹੀਦਾ, ਕਿ ਬਾਕੀ ਜੀ ਆ ਸਕਦੇ ਆ। ਤਾਂ ਮੇਰੀ ਸਕੂਲਿੰਗ ਤਲਵੰਡੀ ਸਾਬੋ ਦਸ਼ਮੇਸ਼ ਸਕੂਲ ਦੀ ਆ, 6th 7th ਤੱਕ। ਤਾਂ ਉਸ ਵੇਲੇ ਕੀ ਹੁੰਦਾ ਸੀਗਾ ਕਿ ਜਿਹੜੇ ਇੱਥੋਂ ਦੇ MLAs ਹੋਇਆ ਕਰਦੇ ਸੀਗੇ,
ਤਾਂ ਉਹਦੇ ਲਾਈਕ ਚੇਅਰਪਰਸਨ ਟਾਈਪ ਹੁੰਦੇ ਸੀਗੇ ਤੇ ਮੈਨੂੰ ਜਾਂ ਫਿਰ ਐਜ਼ ਅ ਚੀਫ ਗੈਸਟ ਉਹਨਾਂ ਨੂੰ ਬੁਲਾਇਆ ਜਾਂਦਾ ਸੀ। ਉਹਨਾਂ ਨੂੰ ਦੇਖ ਕੇ ਮੈਨੂੰ ਬੜਾ ਲੱਗਦਾ ਕਿ ਇਹ ਕੀ ਆ ਕਿ ਸਾਰੇ ਮੇਲ ਮੈਂਬਰ ਹੀ ਕਿਉਂ ਆਉਂਦੇ ਆ, ਕੁੜੀਆਂ ਕਿਉਂ ਨਹੀਂ ਆਉਂਦੀਆਂ। ਤਾਂ ਆਪਣੇ ਆਪ ਹੀ ਇੱਕ ਮਾਈਂਡ ਦੇ ਵਿੱਚ ਇੱਕ ਪ੍ਰੈਪਰੇਸ਼ਨ ਚੱਲਦੀ ਹੁੰਦੀ ਸੀ, ਆਪਣੇ ਆਪ ਨਾਲ ਕਾਉਂਸਲਿੰਗ ਚੱਲਦੀ ਹੁੰਦੀ ਸੀ, ਆਪਣੇ ਆਪ ਨਾਲ ਲੜਾਈ ਚੱਲਦੀ ਹੁੰਦੀ ਸੀ ਵੀ ਨਹੀਂ ਤੂੰ ਆਉਣਾ ਹੀ ਆਉਣਾ ਹੈ ਪੋਲੀਟਿਕਸ ਵਿੱਚ, ਕਿ ਕੁੜੀਆਂ ਲਈ ਇੱਕ ਐਗਜ਼ਾਮਪਲ ਸੈੱਟ ਕਰਨੀ ਆ। ਤੈਨੂੰ ਦੇਖ ਕੇ ਹੀ ਜਿਹੜੀਆਂ ਪੰਜਾਬ ਦੀਆਂ ਕੁੜੀਆਂ ਜਿਨ੍ਹਾਂ ਨੂੰ ਅੱਜ ਤੱਕ ਪੜ੍ਹਨ ਦਾ ਮੌਕਾ ਵੀ ਨਹੀਂ ਉਹਨਾਂ ਦੇ ਮਿਲਿਆ, ਉਹਨਾਂ ਨੂੰ ਘਰ ਦੇ ਹਾਲਾਤਾਂ ਕਰਕੇ ਜਾਂ ਉਹਨਾਂ ਦੇ ਪੈਰੈਂਟਸ ਉਹਨਾਂ ਨੂੰ ਪੜ੍ਹਾ ਨਹੀਂ ਪਾਏ ਜਾਂ ਫਿਰ ਉਹਨਾਂ ਦੇ ਘਰੇ ਗਰੀਬੀ ਆ ਜਾਂ ਉਹਨਾਂ ਦੇ ਅਵੇਅਰਨੈਸ ਹੀ ਨਹੀਂ ਹੈਗੀ ਪੇਰੈਂਟਸ ਨੂੰ, ਅਕਸਰ ਉਹਨਾਂ ਦੇ ਮਨਾਂ ਦੇ ਵਿੱਚ ਦੱਬੇ ਚਾਹ ਤਾਂ ਹੈਗੇ ਆ ਨਾ, ਉਹ ਵੀ ਸੋਚਦੀਆਂ ਨੇ ਕੁਛ, ਉਹ ਵੀ ਫੀਲ ਕਰਦੀਆਂ ਨੇ, ਉਹ ਵੀ ਹਿਊਮਨ ਬੀਇੰਗਸ ਨੇ ਜਿਹੜੀਆਂ ਇਸ ਸਮਾਜ ਦੇ ਵਿੱਚ ਬਿਲਕੁਲ ਆਪਣੇ ਫ੍ਰੀ ਤਰੀਕੇ ਦੇ ਨਾਲ ਉੱਡਣਾ ਚਾਹੁੰਦੀਆਂ ਨੇ। ਸੋ ਉਹਨਾਂ ਨੂੰ ਦੇਖ ਕੇ ਮਤਲਬ ਆਪਣੇ ਆਪ ਲੱਗਦਾ ਹੁੰਦਾ ਸੀ ਨਹੀਂ ਕਿ ਤੂੰ ਕੁਛ ਕਰਨਾ ਆ, ਕਮ ਸੇ ਕਮ ਕਿਤੇ ਨਾ ਕਿਤੇ ਇਸ ਜਿਹੜੀ ਦੁਨੀਆ ਆ ਉਹਦੇ 'ਚ ਇੱਕ ਕੁੜੀ ਹੋਣ ਦੇ ਨਾਂ 'ਤੇ ਬਾਕੀ ਕੁੜੀਆਂ ਲਈ ਇੱਕ ਐਗਜ਼ਾਮਪਲ ਸੈੱਟ ਕਰਨੀ ਹੈ। ਸੋ ਹੀ ਕੋਸ਼ਿਸ਼ ਕੀਤੀ ਹੈ। ਸੋ ਰਾਜਨੀਤੀ 'ਚ ਆ ਕੇ ਉਹ ਜਿਹੜਾ ਮਨ ਦੇ ਵਿੱਚ ਇਹ ਸੀ ਕੁਝ ਕਰਨਾ ਹੈ, ਉਹ ਰਾਜਨੀਤੀ ਨੇ ਸੰਤੁਸ਼ਟੀ ਦਿੱਤੀ? ਦੇਖੋ ਇੱਕ ਸਮਾਜ ਦਾ ਉਹ ਪੱਖ ਕਿ ਜਿੱਥੇ ਇਹ ਲਿਆ ਜਾਂਦਾ ਹੁੰਦਾ ਕਿ ਨਹੀਂ ਇਹ ਤਾਂ ਕੁੜੀਆਂ ਨੇ, ਰਾਈਟ, ਤਾਂ ਜਿਹੜੀ ਮੈਨੂੰ ਕੁੜੀਆਂ ਦੀ ਅੰਦਰ ਵਸਦੀ ਜਾਨ ਆ ਉਹ ਮੈਨੂੰ ਬੜਾ ਮੋਟੀਵੇਟ ਕਰਦੀ ਹੈ ਕਿ ਨਹੀਂ ਯਾਰ ਇਹ ਕੁੜੀਆਂ ਨਹੀਂ, ਕੁੜੀਆਂ ਨੂੰ ਤੁਸੀਂ ਦੇਖੋ ਤਾਂ ਸਹੀ ਹੈ ਕੀ ਨੇ। ਅਤੇ ਬਾਕੀ ਸਕੂਨ ਆ ਜਦੋਂ ਅੱਜ ਵਿਚਰਦੇ ਹਾਂ, ਮਤਲਬ ਉਹ ਘਰਾਂ 'ਚ ਬੈਠੀਆਂ ਲੇਡੀਜ਼ ਨੂੰ, ਮਾਤਾਵਾਂ ਨੂੰ, ਮੇਰੀਆਂ ਭੈਣਾਂ ਨੂੰ ਮਿਲਦੇ ਹਾਂ ਤਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਕਮ ਸੇ ਕਮ ਇੱਕ ਜਿਹੜੀ ਬਹੁਤ ਵੱਡੀ ਰਿਲੈਕਸੇਸ਼ਨ ਹੁੰਦੀ ਹੈ ਉਹ ਇਹ ਹੁੰਦੀ ਆ ਕਿ ਅੱਜ ਤੱਕ ਮੇਲ ਮੈਂਬਰ ਪੋਲੀਟਿਕਸ 'ਚ ਅੱਗੇ ਰਹੇ ਆ ਮੈਕਸੀਮਮ ਰੇਂਜ 'ਤੇ, ਅਤੇ ਉਹਨਾਂ ਨਾਲ ਜਿਹੜੇ ਗੱਲ ਕਰਦੇ ਆ ਪਿੰਡਾਂ 'ਚੋਂ ਆ ਕੇ ਉਹ ਮੇਲ ਮੈਂਬਰ ਹੀ ਕਰਦੇ ਆ ਅੱਗੇ। ਅਤੇ ਜਿਹੜੀਆਂ ਪਿੰਡ ਦੀਆਂ ਲੇਡੀਜ਼ ਹੁੰਦੀਆਂ ਉੱਥੋਂ ਤੱਕ ਹੀ ਸੀਮਤ ਹੁੰਦੀਆਂ ਨੇ ਕਿ ਤੁਸੀਂ ਸੋ ਐਂਡ ਸੋ ਪਾਰਟੀ ਇਜ਼ ਗੋਇੰਗ ਔਨ, ਤੁਸੀਂ ਇਹਨਾਂ ਨੂੰ ਵੋਟ ਕਰਨਾ ਹੈ, ਦੈਟਸ ਇਟ। ਉਹ ਵੋਟ ਤੱਕ ਸੀਮਤ ਹੁੰਦੀਆਂ ਨੇ, ਪਰ ਉਹਨਾਂ ਨੇ ਆਪਣੇ ਦਿਲ ਦੀ ਗੱਲ ਅੱਜ ਤੱਕ ਕਦੇ ਕਿਸੇ ਪੋਲੀਟੀਸ਼ੀਅਨ ਨਾਲ ਸਾਂਝੀ ਨਹੀਂ ਕੀਤੀ ਹੁੰਦੀ। ਤਾਂ ਬੜਾ ਚੰਗਾ ਲੱਗਦਾ ਜਦੋਂ ਉਹਨਾਂ ਦੇ ਵਿੱਚ ਬਹਿ ਕੇ 10 ਮਿੰਟ 15 ਮਿੰਟ ਜਿੰਨਾ ਟਾਈਮ ਵੀ ਹੁਣ ਮਿਲਦਾ ਆ, ਖਾਸ ਕਰਕੇ ਇਲੈਕਸ਼ਨ ਦੇ ਟਾਈਮ 'ਚ ਜਾਂ ਫਿਰ ਅਦਰਵਾਈਜ਼ ਬੈਠ ਕੇ ਉਹਨਾਂ ਨੂੰ ਕੋਸ਼ਿਸ਼ ਹੁੰਦੀ ਆ ਵੀ ਉਸ ਮਾਂ ਨੂੰ, ਉਸ ਕੁੜੀ ਨੂੰ, ਉਸ ਭੈਣ ਨੂੰ, ਉਸ ਧੀ ਨੂੰ ਇੱਕ ਸਕੂਨ ਮਿਲੇ। ਉਹਨਾਂ ਨੂੰ ਇਹ ਲੱਗਣਾ ਚਾਹੀਦਾ ਕਿ ਨਹੀਂ ਯਾਰ ਇਸ ਦੁਨੀਆ 'ਚ ਸਾਨੂੰ ਕੋਈ ਸੁਣਨ ਵਾਲਾ ਹੈਗਾ ਆ। 50% ਵੋਟਰ ਹੈ, ਫੀਮੇਲ ਵੋਟਰ ਹੈ ਖਾਸ ਤੌਰ 'ਤੇ ਪੰਜਾਬ ਦੇ ਵਿੱਚ, ਅਤੇ ਕਿਸੇ ਵੀ ਪਾਰਟੀ ਨੇ ਕੋਈ ਫੀਮੇਲ ਵੋਟਰ ਲਈ ਏਜੰਡਾ ਨਹੀਂ ਦਿੱਤਾ। ਔਰਤਾਂ ਦੀਆਂ ਬੜੀਆਂ ਸਮੱਸਿਆਵਾਂ ਨੇ, ਬਹੁਤ ਸਾਰੀਆਂ ਚੀਜ਼ਾਂ ਨੇ ਪੰਜਾਬ ਦੇ ਵਿੱਚ। ਤੁਹਾਨੂੰ ਕੀ ਲੱਗਦਾ ਹੈ, ਕਿਉਂਕਿ 5 ਸਾਲ ਤੁਸੀਂ ਵਿਧਾਇਕ ਰਹੇ ਹੋ, ਲੋਕਾਂ ਦੇ ਵਿੱਚ ਵਿਚਰੇ ਹੋ, ਔਰਤਾਂ ਦੀਆਂ ਜਾਂ ਪ੍ਰੋਬਲਮ ਸੁਣੀਆਂ ਨੇ, ਔਰ ਬੀਇੰਗ ਅ ਨਿਊ ਕਮਰ, ਇੱਕ ਨਵੀਂ ਕੁੜੀ ਪੋਲੀਟਿਕਸ 'ਚ ਆਈ, ਉਹਦਾ ਜਜ਼ਬਾ ਜੋਸ਼ ਉਸੇ ਤਰ੍ਹਾਂ ਤਰੋਤਾਜ਼ਾ ਹੁੰਦਾ ਹੈ। ਤੁਹਾਨੂੰ ਕੀ ਲੱਗਦਾ ਕਿ ਇਸ ਵਾਰ ਪੰਜਾਬ ਦੀ ਫੀਮੇਲ ਵੋਟਰ ਨੂੰ ਕੀ ਪਾਰਟੀਆਂ ਦੇ ਰਹੀਆਂ ਨੇ ਜਿਹਦੇ ਕਰਕੇ ਉਹ ਕਿਸੇ ਖਾਸ ਪਾਰਟੀ ਨੂੰ ਜਾਂ ਆਮ ਆਦਮੀ ਪਾਰਟੀ ਨੂੰ ਵੋਟ ਪਾਏ? ਦੇਖੋ ਇਹ ਵੀ ਤਰਾਸਦੀ ਆ ਐਗਜ਼ੈਕਟਲੀ ਜਿਹੜੀ ਪਿਛਲੇ 75 ਸਾਲਾਂ ਦੀ ਸਿਆਸਤ ਆ ਪੰਜਾਬ ਦੀ, ਉਹ ਖੜੀ ਸਿਰਫ 2 ਪਾਰਟੀਆਂ ਦੀ ਸੀ, ਜਾਂ ਉਹ ਸ਼੍ਰੋਮਣੀ ਅਕਾਲੀ ਦਲ ਜਾਂ ਉਹ ਕਾਂਗਰਸ ਦੀ। ਅਤੇ ਦੋਹਾਂ ਪਾਰਟੀਆਂ ਦਾ ਇਹ ਹੱਕ ਬਣਦਾ ਸੀਗਾ ਕਿ ਅਸੀਂ ਜੇ ਵਾਕਈ ਅਸੀਂ ਸੁਸਾਇਟੀ ਨੂੰ ਬੈਲੈਂਸ ਕਰਨਾ, ਅਸੀਂ ਸੁਸਾਇਟੀ ਦੇ ਵਿੱਚੋਂ ਕੁਛ ਇੱਥੇ ਚੰਗਾ ਕਰਨਾ ਆ, ਤਾਂ ਅਸੀਂ ਦੋਨੇ ਧਿਰਾਂ ਨੂੰ ਬਰਾਬਰ ਲੈ ਕੇ ਪੰਜਾਬ ਦੇ ਵਿੱਚ ਵਿਚਰੀਏ। ਮਤਲਬ ਪਹਿਲੇ ਭਰੂਣ ਹੱਤਿਆ ਕਰਕੇ ਇੰਬੈਲੈਂਸ ਰਿਹਾ, ਉਹ ਇੱਕ ਵੱਡਾ ਇੰਬੈਲੈਂਸ ਹੁਣ ਲੋਕਾਂ 'ਚ ਸਰਕਾਰਾਂ ਦਾ ਮੇਨ ਰੋਲ ਆ ਨਾ। ਅੱਜ ਜੇ ਬਹੁਤੇ ਘਰ, ਬਹੁਤੇ ਪਰਿਵਾਰ ਆਪਦੀਆਂ ਕੁੜੀਆਂ ਨੂੰ ਪੜ੍ਹਾ ਨਹੀਂ ਪਾਉਂਦੇ, ਉਹਨਾਂ ਨੂੰ ਐਜੂਕੇਸ਼ਨ ਨਹੀਂ ਦੇ ਪਾਉਂਦੇ, ਉਹਨਾਂ ਨੂੰ ਬਾਹਰ ਨਹੀਂ ਤੋਰਦੇ, ਉਹਨਾਂ ਦੇ ਮਨ 'ਚ ਇੱਕ ਇਨਸਿਕਿਉਰਿਟੀ ਆਉਂਦੀ ਹੈ ਕਿ ਪਤਾ ਨਹੀਂ ਹਾਲਾਤ ਜਿਹੜੇ ਆ ਬਹੁਤ ਖਰਾਬ ਨੇ, ਤਾਂ ਇਹਦੇ ਲਈ ਜ਼ਿੰਮੇਵਾਰੀ ਸਰਕਾਰ ਦੀ ਆ। ਮੈਂ ਤਾਂ ਇਹ ਮੰਨਦੀ ਹਾਂ ਜੇ ਸਰਕਾਰ ਇੱਕ ਕੁੜੀਆਂ ਵਾਸਤੇ ਕੁਝ ਕਰੇ, ਉਹਨਾਂ ਨੂੰ ਥਾਪੀ ਦੇ ਕੇ ਰੱਖੇ, ਤਾਂ ਸਾਡੀ ਸੁਸਾਇਟੀ ਦਾ ਰਵੱਈਆ ਆਪਣੇ ਆਪ ਚੇਂਜ ਹੋਊਗਾ। ਇਹ ਕਿਵੇਂ ਹੋ ਸਕਦਾ ਕਿ ਸੁਸਾਇਟੀ ਦਾ ਰਵੱਈਆ ਨਾ ਚੇਂਜ ਹੋਵੇ? ਮੈਂ ਸਵਾਲ ਉਸੇ 'ਤੇ ਆਵਾਂਗੀ ਵੀ ਕੀ ਏਜੰਡਾ ਇਸ ਵਾਰ ਆਮ ਆਦਮੀ ਪਾਰਟੀ ਕੋਲ ਜਾਂ ਬਾਕੀ ਪਾਰਟੀਆਂ ਕੋਲੋਂ ਤੁਸੀਂ ਸੋਚਦੇ ਹੋ ਔਰਤ ਵੋਟਰ ਵਾਸਤੇ? ਦੇਖੋ ਔਰਤ ਵੋਟਰ ਵਾਸਤੇ ਜਿਹੜੀ ਇੱਕ ਗੱਲ ਮੈਂ ਸਮਝਦੀ ਹਾਂ ਕਿ ਮੈਕਸੀਮਮ ਜਿਹੜੀ ਸਾਡੀ ਲੇਡੀਜ਼ ਦੀ ਗਿਣਤੀ ਉਹ ਆ ਜਿਨ੍ਹਾਂ ਨੇ ਵਿਚਾਰੀਆਂ ਨੇ ਘਰੇ ਰਹਿਣਾ, ਜਿਨ੍ਹਾਂ ਕੋਲੇ ਐਜੂਕੇਸ਼ਨ ਵੀ ਨਹੀਂ ਆ, ਔਰ ਜਿਹੜੀਆਂ ਕੋਈ ਬਾਹਰ ਜਾ ਕੇ ਕੰਮ ਵੀ ਨਹੀਂ ਕਰ ਸਕਦੀਆਂ।
ਹਾਲਾਂਕਿ ਪਿੱਛੇ ਜੇ ਇਸ ਗੱਲ ਨੂੰ ਲਾਈਕ ਗਲਤ ਤਰੀਕੇ ਨਾਲ ਪ੍ਰੈਜ਼ੈਂਟ ਕੀਤਾ ਸੀਗਾ ਕਿ ਆਮ ਆਦਮੀ ਪਾਰਟੀ ਤਾਂ 1-1000 ਰੁਪਇਆ ਦੇ ਕੇ ਕਿ ਪੰਜਾਬ ਦੀ ਔਰਤ ਦੀ ਵੈਲਿਊ 1000 ਪਾਈ ਆ। ਮੈਂ ਮਤਲਬ ਇਹਨੂੰ ਜੇ ਅਸੀਂ ਚੰਗੇ ਤਰੀਕੇ ਨਾਲ ਦੇਖਾਂਗੇ, ਇਹਦਾ ਦੂਸਰਾ ਸਾਈਡ ਦੇਖਾਂਗੇ, ਤਾਂ ਜਿਹੜੀਆਂ ਲੇਡੀਜ਼ ਅੱਜ ਘਰੇ ਬੈਠੀਆਂ ਨੇ, ਜਿਹੜੀਆਂ ਇਸ ਗੱਲ ਦੀ ਵੇਟ 'ਚ ਹੁੰਦੀਆਂ ਕਿ ਜੇ ਮੇਰਾ ਮੁੰਡਾ ਘਰੇ ਆਊਗਾ ਮੈਂ ਉਤੋਂ 100 ਰੁਪਇਆ ਲੈ ਕੇ 500 ਲੈ ਕੇ ਮੈਂ ਆਪਣੀ ਕੁੜੀ ਨੂੰ ਸ਼ਗਨ ਦੇਣਾ, ਉਹ ਲੇਡੀਜ਼ ਵੀ ਬੈਠੀਆਂ ਨੇ ਜਿਹੜੀਆਂ ਇਹ ਵੇਟ ਕਰਦੀਆਂ ਨੇ, ਜਿਨ੍ਹਾਂ ਦੇ ਅੱਜ ਫੁੱਲਾਂ ਵਰਗੇ ਮੁੰਡੇ ਜਿਹੜੇ ਨਸ਼ੇ ਕਰਦੇ ਆ ਕਿ ਮੈਂ ਸ਼ਾਮ ਦੀ ਆਪਣਾ ਚਾਹ ਗੁੜ ਲੈ ਕੇ ਆਉਣਾ ਆ, ਮੈਂ ਆਪਦੀ ਚਾਹ ਬਣਾਉਣੀ ਆ, ਮੈਂ ਦੁੱਧ ਲੈ ਕੇ ਆਉਣਾ, ਮੈਂ ਰੋਟੀ ਬਣਾਉਣੀ ਆ, ਮੈਂ ਕਿੱਥੋਂ ਲੈ ਕੇ ਆਵਾਂ? ਬਾਹਰ ਜਾ ਕੇ ਕਮਾਈ ਨਹੀਂ ਕਰ ਸਕਦੀਆਂ। ਅੱਜ ਉਹਨਾਂ ਲੇਡੀਜ਼ ਵਾਸਤੇ ਮਤਲਬ ਠੀਕ ਹੈ 1000 ਦੇਖਣ ਨੂੰ ਐ ਲੱਗਦਾ ਕਿ ਬੜੀ ਛੋਟੀ ਜਿਹੀ ਕੀਮਤ ਆ, 1000 ਦੀ ਵੈਲਿਊ ਨਹੀਂ ਅੱਜ ਦੇ ਸਮਾਜ 'ਚ, ਪਰ 1000 ਦੀ ਵੈਲਿਊ ਉੱਥੇ ਬਹੁਤ ਆ ਜਿੱਥੇ ਅੱਜ ਉਹ ਮਾਵਾਂ ਬੈਠੀਆਂ ਉਡੀਕ ਕਰਦੀਆਂ ਕਿ ਜੇ ਸਾਡੀ ਜੇਬ 'ਚ ਪੈਸੇ ਹੋਣ, ਭਾਵੇਂ 500 ਹੀ ਹੋਵੇ, ਭਾਵੇਂ 1000 ਹੋਵੇ, ਅਸੀਂ ਆਪਣੀਆਂ ਕੁੜੀਆਂ ਨੂੰ ਤਾਂ ਦੇ ਦਈਏ। ਪਰ ਤੁਹਾਨੂੰ ਨਹੀਂ ਲੱਗਦਾ ਕਿ ਥੋੜੀ ਰਾਜਨੀਤਿਕ ਤੌਰ ਤੇ ਸੋਚ ਵੱਡੀ ਕਰਨੀ ਚਾਹੀਦੀ? ਫ੍ਰੀ ਦੀਆਂ ਚੀਜ਼ਾਂ ਨਾਲੋਂ ਸਾਨੂੰ ਆਪਣੀਆਂ ਕੁੜੀਆਂ ਨੂੰ ਸક્ષਮ ਕਰਨਾ ਚਾਹੀਦਾ, ਆਪਣੀਆਂ ਕੁੜੀਆਂ ਨੂੰ ਕੈਪੇਬਲ ਕਰਨਾ ਚਾਹੀਦਾ, ਆਪਣੀਆਂ ਮਾਵਾਂ ਨੂੰ ਮਤਲਬ ਅਗਰ 1000 ਰੁਪਇਆ ਦੇਣ ਨਾਲੋਂ ਅਗਰ ਅਸੀਂ ਬੁਢਾਪਾ ਪੈਨਸ਼ਨਸ ਜਾਂ ਅਸੀਂ ਕੋਈ ਇਹੋ ਜਿਹੇ ਰੁਜ਼ਗਾਰ ਸ਼ੁਰੂ ਕਰ ਸਕੀਏ। ਬਿਲਕੁਲ ਇਹ ਗੱਲ ਤੁਹਾਡੀ ਸਹੀ ਆ ਕਿ ਇਹੋ ਜਿਹੇ ਮੌਕੇ ਸਾਨੂੰ ਪ੍ਰਦਾਨ ਕਰਨੇ ਚਾਹੀਦੇ ਆ ਕਿ ਜਿੱਥੇ ਅਸੀਂ ਆਪਣੀਆਂ ਕੁੜੀਆਂ ਨੂੰ ਅੱਗੇ ਲੈ ਕੇ ਜਾ ਸਕੀਏ। ਪਰ ਆਮ ਆਦਮੀ ਪਾਰਟੀ ਦਾ ਮੈਂ ਕਹਾਂ ਕਿ ਇਹ ਸਟਾਰਟਿੰਗ ਫੇਜ਼ ਆ, ਜਿੱਥੇ ਹਜੇ ਪੰਜਾਬ 'ਚ ਸਰਕਾਰ ਬਣੀ ਨਹੀਂ, ਹਜੇ ਸਰਕਾਰ ਬਣ ਰਹੀ ਆ ਤੇ ਪਹਿਲੀ ਵਾਰੀ ਆਮ ਆਦਮੀ ਪਾਰਟੀ ਆਪੋਜੀਸ਼ਨ 'ਚ ਰਹਿੰਦੀ ਹੈ। ਸਾਡੇ 3 ਵਿਧਾਇਕ ਉੱਥੇ ਪਹੁੰਚਦੇ ਆ ਜਿਹੜੇ ਲੇਡੀਜ਼ ਆ, ਫੀਮੇਲ ਆ, ਤੇ ਉਹ 3 ਫੀਮੇਲ ਦੀ ਪਾਰਟਿਸਪੇਸ਼ਨ ਇੰਨੀ ਕੁ ਜ਼ਬਰਦਸਤ ਹੁੰਦੀ ਹੈ, ਇੰਨੀ ਕੁ ਜ਼ਬਰਦਸਤ ਹੁੰਦੀ ਆ, ਜਿਹੜੀਆਂ ਕੁੜੀਆਂ ਨੂੰ ਅੱਜ ਤੱਕ ਬੋਲਣ ਦਾ ਮੌਕਾ ਹੀ ਨਹੀਂ ਮਿਲਿਆ, ਉਹ ਕੁੜੀਆਂ ਅੱਜ ਵਿਧਾਨ ਸਭਾ 'ਚ ਜਾ ਕੇ ਪਿਛਲੇ 5 ਸਾਲਾਂ 'ਚ ਬੋਲੀਆਂ ਨੇ। ਸੋ ਜੇ ਇਹ ਸਾਰਾ ਕੁਝ ਦਿੱਤਾ ਤਾਂ ਆਮ ਆਦਮੀ ਪਾਰਟੀ ਨੇ ਦਿੱਤਾ ਆ। ਪਰ ਇੱਕ ਗੱਲ ਹੋਰ ਵੀ ਬਲਜਿੰਦਰ ਜੀ ਕਿ ਆਮ ਆਦਮੀ ਪਾਰਟੀ ਦੇ ਬਹੁਤ ਸਾਰੇ ਵਿਧਾਇਕ ਵੱਖਰੀਆਂ ਪਾਰਟੀਆਂ 'ਚ ਸ਼ਿਫਟ ਹੋਏ ਨੇ, ਬਲਜਿੰਦਰ ਨੂੰ ਆਫਰ ਆਈ ਕਿੱਧਰੋਂ? ਨਹੀਂ ਦੇਖੋ, ਆਫਰਾਂ ਆਉਂਦੀਆਂ ਵੀ ਰਹਿਣ ਹੈ ਨਾ, ਇਹ ਚੀਜ਼ਾਂ ਮੇਰੇ ਲਈ ਮੈਟਰ ਨਹੀਂ ਕਰਦੀਆਂ, ਕਿਉਂਕਿ ਹਰ ਇਨਸਾਨ ਦੀ ਮੈਂ ਸਮਝਦੀ ਕਿ ਆਪਣੀ ਇੱਕ ਸ਼ਖਸੀਅਤ ਹੁੰਦੀ ਹੈ। ਕਿਸੇ ਸਟੇਜ ਤੇ ਪਹੁੰਚਣਾ ਤੇ ਕਿਸੇ ਜਗ੍ਹਾ ਤੇ ਖੜੇ ਹੋਣਾ, ਉਸ ਜਗ੍ਹਾ ਦੇ ਨਾਲ ਇਮਾਨਦਾਰੀ ਵਫਾਦਾਰੀ ਨਾਲ ਵਿਚਰਨਾ, ਮੈਂ ਇਹ ਮੰਨਦੀ ਹਾਂ ਕਿ ਤੁਹਾਡੀ ਇਨਸਾਨੀਅਤ ਦੀ ਸਭ ਤੋਂ ਵੱਡੀ ਕਮਾਈ ਹੈ। ਠੀਕ ਹੈ, ਇਹ ਦੌਲਤ, ਇਹ ਸ਼ੌਹਰਤ, ਇਹ ਪੈਸਾ, ਇਹ ਬਾਕੀ ਸਾਰੀਆਂ ਬਾਅਦ ਦੀਆਂ ਗੱਲਾਂ ਨੇ। ਮਤਲਬ ਤੁਸੀਂ ਇਨਸਾਨ ਉਹੀ ਹੋ ਜੇ ਤੁਸੀਂ ਜਿਹੜਾ ਤੁਹਾਡਾ ਸਟੈਂਡ ਆ, ਜੇ ਤੁਸੀਂ ਉੱਥੇ ਖੜੇ ਹੋ, ਜਿੱਥੇ ਤੁਸੀਂ ਹੈਗੇ ਹੋ, ਜੇ ਉਸ ਹੈੱਡ ਪ੍ਰਤੀ, ਉਸ ਪਾਰਟੀ ਪ੍ਰਤੀ, ਉਸ ਆਰਗੇਨਾਈਜੇਸ਼ਨ ਪ੍ਰਤੀ ਤੁਹਾਡੀ ਵਫਾਦਾਰੀ ਹੈ, ਉਸ ਲੀਡਰ ਪ੍ਰਤੀ ਤੁਹਾਡੀ ਵਫਾਦਾਰੀ ਹੈ, ਵਫਾਦਾਰੀ ਤੋਂ ਉੱਤੇ ਇਸ ਦੁਨੀਆ 'ਚ ਮੈਂ ਕੁਛ ਮੰਨਦੀ। ਮੈਂ ਇੱਥੇ ਗੱਲ ਕਰਨਾ ਚਾਹਾਂਗੀ ਕਿ ਬਹੁਤ ਸਾਰੀਆਂ ਔਰਤਾਂ, ਖਾਸ ਤੌਰ ਤੇ ਔਰਤ ਵੋਟਰ ਬਲਜਿੰਦਰ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਬੜਾ ਸਰਗਰਮ ਮੰਨਦੀਆਂ ਸੀ ਤੇ ਉਹ ਇਹ ਐਕਸਪੈਕਟ ਕਰਦੀਆਂ ਨੇ ਕਿ ਅਗਰ ਸੀਐਮ ਫੇਸਿਸ ਕੋਈ ਵੀ ਆਦਮੀ ਹੋ ਸਕਦਾ, ਕਦੀ ਵੀ ਕਿਸੇ ਵੀ ਪਾਰਟੀ ਵੱਲੋਂ, ਮੈਂ ਆਮ ਆਦਮੀ ਪਾਰਟੀ ਦੀ ਗੱਲ ਨਹੀਂ ਕਰਦੀ, ਕਿਸੇ ਵੀ ਪਾਰਟੀ ਵੱਲੋਂ ਕਦੀ ਸਾਨੂੰ ਇਹ ਕਦੀ ਕੋਸ਼ਿਸ਼ ਨਹੀਂ ਕੀਤੀ ਗਈ ਕਿ ਕਿਸੇ ਔਰਤ ਨੂੰ ਇੰਨਾ ਕੈਪੇਬਲ ਸਮਝੇ ਕਿ ਸਾਡੀ ਕੈਪੇਬਿਲਿਟੀ ਘੱਟ ਹੈ ਕਿ ਪਾਰਟੀਆਂ ਦਾ ਅਜੇ ਵੀ ਵਿਸ਼ਵਾਸ ਔਰਤਾਂ 'ਚ ਨਹੀਂ ਹੈ। ਨਹੀਂ, ਇਹ ਗੱਲ ਨਹੀਂ ਹੈਗੀ। ਦੇਖੋ, ਮੈਨੂੰ ਇੰਨਾ ਕੁ ਪਤਾ ਕਿ ਮੇਰੀ ਪਾਰਟੀ ਨੂੰ ਕੋਈ ਇਸ ਗੱਲ 'ਤੇ ਸ਼ੱਕ ਨਹੀਂ ਆ ਕਿ ਕੌਣ ਕਿੰਨਾ ਕੈਪੇਬਲ ਆ। ਤੇ ਬਾਕੀ ਰਹੀ ਗੱਲ, ਦੇਖੋ ਆਮ ਆਦਮੀ ਪਾਰਟੀ ਨੇ ਮਾਨ ਸਾਹਿਬ ਨੂੰ ਜਿਹੜਾ ਸੀਐਮ ਫੇਸ ਦਿੱਤਾ, ਉਹ ਕੋਈ ਐਵੇਂ ਨਹੀਂ ਦਿੱਤਾ। ਬਹੁਤ ਸਾਰੇ ਲੋਕਾਂ ਦੇ ਵਿਚਾਰ ਸੀਗੇ, ਬਹੁਤ ਸਾਰੇ ਲੋਕਾਂ ਦੀ ਵੋਟਿੰਗ ਸੀਗੀ। 93% ਲੋਕਾਂ ਨੇ ਭਗਵੰਤ ਮਾਨ ਜੀ ਨੂੰ ਚੂਜ਼ ਕੀਤਾ ਤੇ ਉਹਨਾਂ ਸਾਰਿਆਂ ਨੂੰ ਦੇਖਦੇ ਹੋਏ ਸੋ ਉਹਨਾਂ ਦੀ ਵੋਟ ਤੇ ਆਮ ਆਦਮੀ ਪਾਰਟੀ ਨੇ ਫੁੱਲ ਚੜਾਏ ਆ। ਨਹੀਂ, ਮੈਂ ਔਰਤ ਸੰਦਰਭ 'ਚ ਗੱਲ ਕਰ ਰਹੀ ਹਾਂ ਕਿ ਮੈਂ ਤੁਹਾਨੂੰ ਵੀ ਬੜਾ ਕੈਪੇਬਲ ਮੰਨਦੀ ਹਾਂ। ਮੈਂ ਹੋਰ ਵੀ ਬਹੁਤ ਸਾਰੀਆਂ ਕੈਂਡੀਡੇਟਸ ਨੂੰ ਮੈਨੂੰ ਲੱਗਦਾ ਕਿ ਬੜੀਆਂ ਕੈਪੇਬਲ ਨੇ, ਜਿਨ੍ਹਾਂ ਨੇ ਬੜੀਆਂ ਪਾਰਟੀਆਂ, ਟ੍ਰੈਡੀਸ਼ਨਲ ਪਾਰਟੀਆਂ ਵੀ ਜਿਨ੍ਹਾਂ ਨੇ ਸ਼ੁਰੂ ਕੀਤੀਆਂ ਨੇ, ਪਰ ਕਦੀ ਵੀ ਇਹ ਮੁੱਦਾ ਨਹੀਂ ਉੱਠਿਆ ਕਿ ਔਰਤ ਵੀ ਸੀਐਮ ਕੈਂਡੀਡੇਟ ਦੇ ਵਿੱਚ ਬਰਾਬਰ ਦੀ ਰੇਸ ਦੇ ਵਿੱਚ ਸ਼ਾਮਿਲ ਹੋਵੇ। ਇਹਦਾ ਕਾਰਨ ਸਿਰਫ ਮਤਲਬ ਐਜ਼ ਅ ਫੀਮੇਲ ਹੋਣਾ ਸਾਡੇ ਲਈ ਨੁਕਸਾਨਦਾਇਕ ਰਿਹਾ? ਨਹੀਂ, ਉਹਦੇ 'ਚ ਪਾਰਟੀ ਨੇ ਦੇਖੋ ਇਸ ਗੱਲ 'ਚ ਕਦੇ ਡਿਫਰੈਂਸ਼ੀਏਟ ਨਹੀਂ ਕੀਤਾ ਕਿ ਅੱਜ ਜੇ ਕੋਈ ਫੀਮੇਲ ਆ ਜਾਂ ਉਹਨੂੰ ਸੀ ਪਿੱਛੇ ਤਾਂ ਰੱਖ ਰਹੇ ਆ ਜਾਂ ਫਿਰ ਕੋਈ ਮੇਲ ਆ ਉਹ ਅੱਗੇ ਤਾਂ ਜਾ ਰਿਹਾ। ਪਾਰਟੀ ਦੇ ਵਿੱਚ ਤਾਂ ਇੱਕ ਮਤਲਬ ਹਰ ਕਿਸੇ ਦਾ ਵਿਊ ਲਿਆ ਜਾਂਦਾ ਆ। ਸੋ ਜਿਹੜਾ ਉਸ ਵਿਊ ਤੇ ਫੁੱਲ ਚੜਾ ਦਿੰਦਾ ਆ
ਉਹੀ ਪਾ ਰਿਹਾ। ਫਿਰ ਉਹ ਕੋਈ ਵੀ ਹੋਵੇ, ਫਿਰ ਉਹ ਮੇਲ ਹੋਵੇ ਜਾਂ ਫੀਮੇਲ ਹੋਵੇ। ਫਿਰ ਉਹ ਲੋਕਾਂ ਦਾ ਕਹਿਣ ਤੇ ਵੀ ਡਿਪਟੀ ਸੀਐਮ ਵੀ ਨਾਲ ਹੀ ਕੁੜੀ ਇਹਨਾਂ ਨੂੰ ਡਿਕਲੇਅਰ ਕਰ ਦੇਣੀ ਚਾਹੀਦੀ ਸੀ। ਚਲੋ ਮੈਂ ਉਹ ਮੁੱਦਾ ਪਾਰਟੀ ਤੇ ਛੱਡਦੀ ਹਾਂ, ਪਰ ਮੈਂ ਇਹ ਜਾਣਨਾ ਚਾਹੁੰਦੀ ਕਿ 5 ਸਾਲ ਤੁਸੀਂ ਵਿਧਾਇਕ ਰਹੇ ਹੋ ਔਰ ਲੋਕਾਂ 'ਚ ਵਿਚਰੇ ਹੋ, ਤੁਹਾਨੂੰ ਲੱਗਦਾ ਕਿ ਮਤਲਬ ਜਿਸ ਕੰਮ ਨੂੰ ਲੈ ਕੇ ਪਹਿਲੀ ਵਾਰ ਤੁਸੀਂ ਮਤਲਬ ਅਕਾਲੀ ਦਲ ਦਾ ਇੱਕ ਵੱਡੇ ਲੀਡਰ ਨੂੰ ਢਾਹ ਲਾਈ ਸੀਗੀ ਕਿ ਉਹਦੇ 'ਚ ਲੋਕਾਂ ਦੀਆਂ ਜਿਹੜੀਆਂ ਐਕਸਪੈਕਟੇਸ਼ਨ ਸੀਗੀਆਂ, ਉਮੀਦਾਂ ਸੀ, ਉਹਨਾਂ ਤੇ ਤੁਸੀਂ ਪੂਰੇ ਦੇਖੋ 5 ਸਾਲ ਐਸੇ ਸੀਗੇ ਕਿ ਆਮ ਆਦਮੀ ਪਾਰਟੀ ਬਿਲਕੁਲ ਨਵੀਂ ਪਾਰਟੀ ਸੀਗੀ, ਫਸਟ ਟਾਈਮ ਆਪੋਜੀਸ਼ਨ ਦੇ ਵਿੱਚ ਆਉਂਦੀ ਆ। ਆਪੋਜੀਸ਼ਨ 'ਚ ਆਉਂਦੇ ਹੋਏ ਪੰਜਾਬ ਦੀ ਪਹਿਲੀ ਆਪੋਜੀਸ਼ਨ ਪਾਰਟੀ ਹੋਊਗੀ ਜਿਹਨੇ ਸਭ ਤੋਂ ਵੱਧ ਸਵਾਲ ਜਿਹੜੇ ਆ ਉਹ ਵਿਧਾਨ ਸਭਾ 'ਚ ਲਾਏ। ਨਹੀਂ, ਅੱਜ ਤੱਕ ਕਿਸੇ ਆਪੋਜੀਸ਼ਨ ਨੇ ਇੰਨੇ ਸਵਾਲ ਨਹੀਂ ਲਾਏ। ਔਰ ਦੂਸਰੀ ਗੱਲ ਕਿ ਬਹੁਤ ਸਾਰੇ ਕੰਮ ਸੀਗੇ ਪੂਰੇ ਪੰਜਾਬ ਦੇ, ਤਲਵੰਡੀ ਸਾਬੋ ਹਲਕੇ ਦੇ ਹਸਪੀਟਲਸ ਦੇ, ਗਲੀਆਂ ਦੇ, ਨਾਲੀਆਂ ਦੇ, ਜਿਹੜੇ ਚੱਲਦੇ ਆਉਂਦੇ ਆ 75 ਸਾਲਾਂ ਤੋਂ। ਤੇ ਆਪੋਜੀਸ਼ਨ ਇੱਕ ਪੰਜਾਬ ਦੀ ਹੋਰ ਬਹੁਤ ਵੱਡੀ ਤਰਾਸਦੀ ਆ ਕਿ ਇੱਥੇ ਜਿਹੜੀ ਫੁੱਲ ਫਲੈਸ਼ਡ ਪਾਵਰ ਹੁੰਦੀ ਆ ਉਹ ਸਰਕਾਰ ਨੇ ਆਪਣੇ ਹੱਥ ਦੇ ਵਿੱਚ ਰੱਖੀ ਹੁੰਦੀ ਆ। ਆਪੋਜੀਸ਼ਨ ਤਾਂ ਸਿਰਫ ਉਹਨਾਂ ਨੂੰ ਬੈਲ ਮਾਰ ਜਗਾ ਰਹੀ ਹੁੰਦੀ ਆ ਔਰ ਸਰਕਾਰ 5 ਸਾਲਾਂ 'ਚ ਕਦੀ ਸੁਣਦੀ ਨਹੀਂ ਆ। ਸੋ 5 ਸਾਲ ਮੈਂ ਤਾਂ ਬੜੇ ਵਾਰੀ ਆਪਣੇ ਲੋਕਾਂ ਨੂੰ ਕਿਹਾ, ਕਿਉਂਕਿ ਮੇਰਾ ਬਰਥ ਇੱਥੋਂ ਦਾ ਆ, ਇਹੀ ਮੇਰੀ ਧਰਤੀ ਹੈ, ਇਹੀ ਮੇਰਾ ਪਰਿਵਾਰ ਆ, ਇੱਥੇ ਮੇਰੇ ਲੋਕ ਰਹਿੰਦੇ ਆ। ਮੈਂ ਤਾਂ ਬੜੀ ਵਾਰੀ ਇਹ ਚੀਜ਼ ਕਹੀ ਕਿ 5 ਸਾਲ ਜਿਹੜੇ ਲੰਘੇ ਆ ਉਹ ਜਿੱਥੇ ਮੇਰੇ ਲੋਕਾਂ ਲਈ ਬਹੁਤ ਔਖੇ ਸੀ, ਜਿਨ੍ਹਾਂ ਨੇ ਵੋਟ ਪਾ ਕੇ ਮੈਨੂੰ ਵਿਧਾਨ ਸਭਾ 'ਚ ਭੇਜਿਆ, ਤੇ 5 ਸਾਲ ਮੇਰੇ ਲਈ ਵੀ ਬਹੁਤ ਔਖੇ ਸੀ ਕਿਉਂਕਿ ਸਰਕਾਰ ਨੇ 5 ਸਾਲਾਂ ਦੇ ਵਿੱਚ ਟਸ ਤੋਂ ਮਸ ਨਹੀਂ ਕੀਤਾ। ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਬਲਜਿੰਦਰ, ਮੈਨੂੰ ਪਤਾ ਲੱਗਾ ਵੀ ਤੁਸੀਂ ਜੇ ਵਿਧਾਇਕ ਨਾ ਹੁੰਦੇ ਕਹਿੰਦੇ ਵੀ ਗਾਇਕ ਵੀ ਬਣ ਹੀ ਸਕਦੇ ਸੀ। ਪਤਾ ਨਹੀਂ ਤੁਹਾਨੂੰ ਕਿਹਨੇ ਕਹਿ ਦਿੱਤਾ ਇਹ ਚੀਜ਼। ਕਹਿੰਦੇ ਤੁਸੀਂ ਗੁਨਗੁਣਾ ਵੀ ਚੰਗਾ ਲੈਂਦੇ ਹੋ। ਨਹੀਂ, ਉਹ ਤਾਂ ਚਲੋ ਸ਼ੌਕ ਹੈ, ਸ਼ੌਂਕ ਹੁੰਦੇ ਆ ਹਰ ਇਨਸਾਨ ਦੇ, ਹੈ ਨਾ। ਸੋ ਇੱਕ ਉਹ ਬਸ ਉਹੀ ਕਹਿ ਲਓ ਕਿ ਮੈਡੀਟੇਸ਼ਨ ਕਰਨ ਦੇ ਤਰੀਕੇ ਹੁੰਦੇ ਆ। ਕੋਈ ਗਾ ਕੇ ਕਰ ਲੈਂਦਾ, ਕੋਈ ਅੱਖਾਂ ਬੰਦ ਕਰਕੇ ਕਰ ਲੈਂਦਾ। ਤੁਸੀਂ ਗਾ ਕੇ ਕਰਦੇ ਹੋ? ਜਿਵੇਂ ਜਿਵੇਂ ਵਕਤ ਆਉਂਦਾ ਹੈ। ਕੁਛ ਮੈਂ ਚਾਹਨੀ ਵੀ ਥੋੜਾ ਜਿਹਾ ਬ੍ਰੇਕ ਲੈ ਕੇ ਗੁਨਗੁਣਾ ਕੇ ਦੱਸ ਦਿਓ। ਨਹੀਂ, ਮੈਨੂੰ ਗਾਉਣਾ ਨਹੀਂ ਆਉਂਦਾ। ਨਹੀਂ, ਗਾਉਣਾ ਆਉਂਦਾ ਵੈਸੇ, ਮੈਂ ਦੱਸ ਦਿਆਂ ਤੁਹਾਨੂੰ, ਮੇਰੀ ਪੱਕੀ ਇਨਫੋਰਮੇਸ਼ਨ ਹੈ। ਨਹੀਂ, ਉਹ ਆਪਣੇ ਆਪ ਲਈ, ਸਿਰਫ ਆਪਣੇ ਆਪ। ਚਲੋ, ਥੈਂਕ ਯੂ ਵੈਰੀ ਮਚ ਬਲਜਿੰਦਰ, ਬਹੁਤ ਚੰਗਾ ਲੱਗਾ। ਔਰ ਮੈਂ ਉਮੀਦ ਕਰਦੀ ਹਾਂ ਕਿ ਔਰਤਾਂ ਦਾ ਜਿਹੜਾ ਪਰਸੈਂਟੇਜ ਹੈ ਨਾ ਸਿਰਫ ਟਿਕਟਾਂ ਦੇ ਵਿੱਚ, ਔਰ ਤੁਹਾਡੇ ਵਰਗੀਆਂ ਕੁੜੀਆਂ ਲੀਡਰ ਬਣ ਕੇ ਆਉਣ, ਤੇ ਮੈਨੂੰ ਲੱਗਦਾ ਹੋਰ ਵੀ ਬਹੁਤ ਸਾਰੀਆਂ ਕੁੜੀਆਂ ਦਾ ਜਿਹੜਾ ਮਨੋਬਲ ਹੈ, ਉਹਨਾਂ ਦਾ ਜਿਹੜਾ ਜੋਸ਼ ਹੈ ਵਧੇਗਾ। ਬਿਲਕੁਲ ਜੀ, ਬਿਲਕੁਲ। ਥੈਂਕ ਯੂ ਸੋ ਮਚ, ਤੁਸੀਂ ਅੱਜ ਆਏ ਹੋ ਇੱਥੇ ਸਾਡੇ ਕੋਲੇ ਸਪੈਸ਼ਲੀ, ਤੇ ਮੈਂ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਬਹੁਤ ਧੰਨਵਾਦ ਕਰਦੀ ਹਾਂ। ਥੈਂਕ ਯੂ ਸੋ ਮਚ। ਥੈਂਕ ਯੂ। ਸੋ ਇਹ ਸੀ ਜੀ ਮੇਰੇ ਨਾਲ ਆਮ ਆਦਮੀ ਪਾਰਟੀ ਦੇ ਕੰਟੈਂਡਰ ਪ੍ਰੋਫੈਸਰ ਬਲਜਿੰਦਰ ਕੌਰ, ਔਰ ਔਰਤਾਂ ਦੀ ਬੜੀ ਚੰਗੇ ਤਰੀਕੇ ਨਾਲ ਜਿੱਥੇ ਨੁਮਾਇੰਦਗੀ ਕਰ ਰਹੇ ਨੇ। ਸੋ ਉਸ ਜੋਸ਼ ਦੇ ਨਾਲ ਪਿੰਡ ਸ਼ਹਿਰ ਜਾ ਕੇ ਆਪਣੀ ਗੱਲ ਵੀ ਲੋਕਾਂ ਤੱਕ ਰੱਖਣ ਦੀ ਕੋਸ਼ਿਸ਼ ਕਰ ਰਹੇ ਇੱਕ ਨਵੇਂ ਪੰਜਾਬ ਦੀ ਸਿਰਜਣਾ ਦੇ ਵਿੱਚ।